ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 16ਵੀਂ ਤੇ ਪਦ ਤੀਜਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਗੁਰੂ ਪਿਆਰਿਓ, ਆਪਾਂ ਇਹ ਅਕਸਰ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਨੂੰ ਹੂ ਬਹੂ ਸਮਝ ਸਕੇ। ਜਿੰਨੀ ਉਹ ਮਿਹਰ ਕਰਦਾ ਹੈ ਆਪਣੇ ਪ੍ਰਾਣੀ ਉੱਤੇ, ਅਪਾਰ ਕਿਰਪਾ ਕਰਦਾ ਹੈ, ਉਹਨਾਂ ਪ੍ਰਾਣੀ ਬੋਲਦਾ ਹੈ, ਸਮਝਦਾ ਹੈ, ਸੁਣਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਹਰ ਅਸ਼ਟਪਦੀ ਦੇ ਤਕਰੀਬਨ 1,000 ਅੱਖਰ ਹਨ। 24 ਘੰਟੇ 24 ਅਸ਼ਟਪਦੀਆਂ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ ਦਿਨ ਰਾਤ, ਸਮੇਂ ਦੀ ਮੁੱਢਲੀ ਕਿਰਿਆ, 24 ਘੰਟੇ 8 ਪਹਿਰ, 3 ਘੜੀਆਂ ਦਾ 1 ਪਹਿਰ। ਇੱਕ ਇਨਸਾਨ ਐਵਰੇਜ ਤੌਰ 'ਤੇ 24,000 ਸਵਾਸ ਲੈਂਦਾ ਹੈ 24 ਘੰਟਿਆਂ ਦੇ ਵਿੱਚ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ ਕਿ ਤੂੰ ਹਰ ਪਲ, ਹਰ ਛਿਨ, ਹਰ ਸਵਾਸ ਪ੍ਰਭੂ ਨੂੰ ਚਿਤਾਰ, ਉਹਦੀ ਅਰਾਧਨਾ, ਉਹਦੀ ਸਾਧਨਾ ਕਰ। ਤੈਨੂੰ ਫਲ ਅਵਸ਼ ਅਕਾਲ ਤੱਕ ਪਹੁੰਚਣ ਦਾ ਮਿਲ ਜਾਵੇਗਾ। ਤੂੰ ਆਪ ਹੀ ਅਕਾਲ ਬਣ ਜਾਵੇਗਾ। ਪਿਆਰਿਆ, ਤੂੰ ਬਿਨਾਂ ਕਿਸੇ ਉਲਝਣ ਉੱਤੋਂ, ਬਿਨਾਂ ਕਿਸੇ ਨੁਕਸਾਨ ਤੋਂ ਨਫਾ ਪ੍ਰਾਪਤ ਕਰ ਲਵੇਗਾ। ਉਂਝ ਵੀ ਤੂੰ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਇੱਕੋ ਸਮੇਂ ਉੱਤੇ ਕਰਦਾ ਹੈ। ਮਿਸਾਲ ਦੇ ਤੌਰ 'ਤੇ ਤੂੰ ਗੱਡੀ ਚਲਾਉਂਦਾ ਹੈ, ਗੱਡੀ ਚੱਲਦੀ ਰਹਿੰਦੀ ਹੈ, ਸਫ਼ਰ ਹੁੰਦਾ ਜਾਂਦਾ ਹੈ, ਤੂੰ ਗੱਡੀ ਚਲਾਉਂਦਾ ਟੈਲੀਫੋਨ ਸੁਣਦਾ ਹੈ। ਜੇ ਤੇਰੇ ਨਾਲ ਮੁਸਾਫਰ ਕੋਈ ਬੈਠਾ ਹੈ, ਉਹਦਾ ਹੰਗਾਰਾ ਵੀ ਨਾਲ ਨਾਲ ਭਰੀ ਜਾਂਦਾ ਹੈ। ਫਿਰ ਸਾਹਮਣੇ ਦੇਖਦਾ ਹੋਇਆ ਚੋਰੀ ਅੱਖ ਨਾਲ ਆਲੇ ਦੁਆਲੇ ਵੀ ਤੱਕ ਲੈਂਦਾ ਹੈ। ਤਕਰੀਬਨ 6 ਕਿਰਿਆਵਾਂ ਤੂੰ ਇੱਕੋ ਸਮੇਂ ਕਰ ਸਕਦਾ ਹੈ। ਤੈਨੂੰ ਪ੍ਰਭੂ ਨੇ ਕਪੈਸਿਟੀ ਦਿੱਤੀ ਹੈ ਬੇਮਿਸਾਲ। ਇਹਦਾ ਲਾਹਾ ਲੈ ਲੈ ਪਿਆਰਿਆ। ਇੱਕ ਵਿੰਡੋ ਕੰਪਿਊਟਰ ਦੀ ਤਰ੍ਹਾਂ ਪ੍ਰੀਤਮ ਦੇ ਨਾਮ ਜਪਣ ਦੀ ਵੀ ਖੋਲ੍ਹ ਲੈ, ਜਿੱਥੇ ਤੂੰ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਕਰਦਾ ਰਹੇ, ਪਰ ਤੇਰੇ ਜੀਵਨ ਦੇ ਉੱਤੇ ਕੋਈ ਹੋਰ ਫਰਕ ਨਾ ਪਵੇ। ਇਸ ਤਰ੍ਹਾਂ ਤੇਰਾ ਅਗਲਾ ਸੁਧਾਰਿਆ ਜਾਵੇਗਾ। ਜਿਹਦੇ ਵਿੱਚ ਤੂੰ ਹੈ ਇਹ ਸੁਧਾਰਿਆ ਜਾਵੇਗਾ। ਤੇਰਾ ਜੀਵਨ ਸੁਖਾਲਾ ਹੋ ਜਾਵੇਗਾ, ਸਹੇਲਾ ਹੋ ਜਾਵੇਗਾ। ਗੁਰੂ ਪਿਆਰਿਆ, 24 ਘੰਟੇ
पल पल छिन छिन ਸਵਾਸ ਸਵਾਸ ਉਹਦੀ ਆਰਾਧਨਾ ਕਰ। ਸੁਖਮਣੀ ਸਾਹਿਬ ਸੁੱਖਾਂ ਦਾ ਖਜ਼ਾਨਾ, ਟ੍ਰਾਇਰ ਆਫ ਨੈਕਟਰ, ਅੰਮ੍ਰਿਤ ਦਾ ਸਾਗਰ ਹੈ। ਸੱਚੇ ਪਾਤਸ਼ਾਹ ਨੇ ਪ੍ਰੀਤਮ ਪਿਆਰੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਬਹੁਤ ਸਲਾਹਿਆ ਗੁਰੂ ਸਾਹਿਬ ਨੇ ਆਪਣੇ ਦਰਿਆਲੂ ਕਿਰਪਾਲੂ ਸਾਹਿਬ ਨੂੰ ਕਿ ਉਹਦਾ ਕੋਈ ਅੰਤ ਨਹੀਂ ਜਾਣਦਾ। ਉਹਨੂੰ ਪਿਆਰ ਕਰਨ ਵਾਲਿਆਂ ਦੀ ਮਹਿਮਾ ਬੇਮਿਸਾਲ ਕੀਤੀ ਹੈ ਤੇ ਉਹਦੇ ਭਗਤਾਂ ਨੂੰ ਨਿੰਦਣ ਵਾਲਿਆਂ ਦੀ ਜੰਮ ਕੇ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਣਦੀ ਥਾਂ ਦਿਖਾਈ ਹੈ। ਪਿੱਠ ਕੀਤੀ ਹੈ ਉਹਨਾਂ ਵੱਲ, ਅਕਿਰਤ ਘਣਾ ਵੱਲ, ਜਿਹੜੇ ਖਾ ਕੇ ਭੁੱਲ ਜਾਂਦੇ ਹਨ, ਲੈ ਕੇ ਮੁੱਕਰ ਜਾਂਦੇ ਹਨ, ਉਹ ਨਾ ਹੋਏ ਹਨ। ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਪ੍ਰੀਤਮ ਪਿਆਰੇ ਦੀ ਲੀਲਾ ਦੀ, ਸ੍ਰਿਸ਼ਟੀ ਦੀ ਖੇਡ ਦੀ, ਦੁਨੀਆ ਦੇ ਨਾਟਕ ਦੀ ਸਾਨੂੰ ਸਮਝਾਉਣ ਦੇ ਲਈ ਸੱਚੇ ਪਾਤਸ਼ਾਹ ਨੇ ਗਿਣਤੀ ਮਿਣਤੀ ਦੀ ਗੱਲ ਕੀਤੀ ਹੈ ਕਿ ਇਸ ਧਰਤੀ 'ਤੇ ਹਰ ਕੋਈ ਹਰ ਕਿਸੇ ਚੀਜ਼ ਨੂੰ ਗਿਣਦਾ ਮਿਣਦਾ ਹੈ। ਜ਼ਮੀਨ ਨੂੰ, ਵਪਾਰ ਨੂੰ, ਧਨ ਨੂੰ, ਦੌਲਤ ਨੂੰ, ਅਕਲ ਨੂੰ, ਪਰ ਉਹਦੀ ਲੀਲਾ ਅਚਰਜ ਹੈ, ਗਿਣਤੀ ਮਿਣਤੀ ਤੋਂ ਬਾਹਰ ਹੈ, ਕੋਈ ਹੱਦ ਮੰਨਾ ਨਹੀਂ ਹੈ। ਜਾਂ ਕੀ ਲੀਲਾ ਕੀ ਮਿੱਥ ਨਾਹੇ, ਪ੍ਰਭੂ ਪਿਆਰੇ ਦੀ ਲੀਲਾ, ਉਹਦੇ ਕੌਤਕ ਨੂੰ ਮਿਣਿਆ ਨਹੀਂ ਜਾ ਸਕਦਾ, ਉਹਦਾ ਕੋਈ ਲਿਮਟ ਨਹੀਂ ਹੈ। ਸਗਲ ਦੇਵ ਹਾਰੇ ਅਵਗਾਹੇ, ਉਹਦੇ ਪੈਦਾ ਕੀਤੇ ਹੋਏ ਦੇਵਤਾ ਲੋਕ ਬਹੁਤ ਦੇਰ ਤੋਂ ਉਹਦਾ ਐਂਡ ਲੱਭਣ ਨੂੰ ਫਿਰਦੇ ਹਨ, ਪਰ ਉਹ ਲੱਭਦਾ ਨਹੀਂ। ਆਉਂਦੇ ਹਨ, ਜਾਂਦੇ ਹਨ, ਦੇਵਤਾ ਲੋਕ ਥੱਕ ਜਾਂਦੇ ਹਨ, ਟੁੱਟ ਜਾਂਦੇ ਹਨ, ਦੁਖੀ ਹੋ ਜਾਂਦੇ ਹਨ, ਫਿਰ ਚਲੇ ਜਾਂਦੇ ਹਨ, ਵਿਨਾਸ਼ ਹੋ ਜਾਂਦੇ ਹਨ। ਲੱਭਦੇ ਲੱਭਦੇ ਆਪਣੇ ਪਿਤਾ ਦੇ ਐਂਡ ਨੂੰ ਮਰ ਜਾਂਦੇ ਹਨ। ਸਗਲ ਦੇਵ ਹਾਰੇ ਅਵਗਾਹੇ, ਉਹਦੇ ਕੌਤਕਾਂ ਦਾ ਅੰਤ ਨਹੀਂ ਲੱਭਦਾ। ਬੱਚੇ ਹਨ, ਪੁੱਤਰ ਹਨ, ਪਿਤਾ ਕਾ ਜਨਮ ਕਿਆ ਜਾਣੇ ਪੂਤ, ਕਦੇ ਪੁੱਤਰ ਨੂੰ ਪਿਤਾ ਦੇ ਜਨਮ ਦਾ ਪਤਾ ਲੱਗ ਸਕਦਾ ਹੈ, ਨਾਲੇ ਉਸ ਪਿਤਾ ਦਾ ਜਿਹੜਾ ਜਨਮ ਦਾ ਹੀ ਨਹੀਂ, ਜਿਹੜਾ ਹਮੇਸ਼ਾ ਤੋਂ ਹੈ, ਹਮੇਸ਼ਾ ਹੀ ਰਹਿਣਾ ਹੈ। ਉਹਦੇ ਜਨਮ ਦੀ ਕਹਾਣੀ ਕੌਣ ਲਿਖੇਗਾ? ਜੀਵਨ ਕਥਾ ਦੇ ਲਈ ਜਨਮ ਜ਼ਰੂਰੀ ਹੈ, ਜੀਵਨ ਕਥਾ ਦੇ ਲਈ ਮਰਨ ਜ਼ਰੂਰੀ ਹੈ। ਬਾਇਓਗ੍ਰਾਫੀ ਇਹਦਾ ਹੀ ਨਾਮ ਹੈ ਕਿ ਨਾਇਕ ਜਨਮਦਾ ਹੈ, ਨਾਇਕ ਮਰਦਾ ਹੈ, ਨਾਇਕ ਧਰਤੀ ਉੱਤੇ ਰਹਿ ਕੇ ਕਰਿਸ਼ਮੇ ਕਰਦਾ ਹੈ। ਇਹ ਬਾਇਓਗ੍ਰਾਫੀ ਹੈ। ਪ੍ਰਭੂ ਦੀ ਬਾਇਓਗ੍ਰਾਫੀ ਉਹਦਾ ਪੁੱਤ ਕੀ ਲਿਖੇਗਾ
ਕਿੱਥੋਂ ਲੱਭੇਗਾ ਉਹਦੇ ਜਨਮ ਦੀ ਤਰੀਕ? ਕਿੱਥੇ ਲਿਖੇਗਾ ਕਿ ਉਹਦਾ ਅੰਤ ਹੋ ਗਿਆ, ਜਦੋਂ ਕਿ ਮਿਣਿਆ ਵੀ ਨਹੀਂ ਜਾ ਸਕਦਾ। ਪਿਤਾ ਕਾ ਜਨਮ ਕਹਿ ਜਾਣੇ ਪੂਤ, ਬੇਸਮਝ ਪੁੱਤਰ। ਜੇ ਕੋਸ਼ਿਸ਼ ਵੀ ਕਰੇਗਾ ਤਦ ਵੀ ਨਿਰਫਲ, ਉਹ ਜਾਣ ਹੀ ਨਹੀਂ ਸਕਦਾ। ਸਗਲ ਪਰੋਈ ਆਪਣੇ ਸੂਤ। ਜਿਵੇਂ ਗੁਰੂ ਪਿਆਰਿਓ ਆਪਾਂ ਮਾਲਾ, ਭਗਤ ਲੋਕ ਪ੍ਰਭੂ ਦਾ ਨਾਮ ਜਪਣ ਦੇ ਲਈ ਮਾਲਾ ਦਾ ਆਸਰਾ ਲੈਂਦੇ ਹਨ। ਇੱਕ ਮਣਕਾ ਵਾਹਿਗੁਰੂ, ਦੂਸਰਾ ਮਣਕਾ ਸਤਨਾਮ, ਤੀਸਰਾ ਮਣਕਾ, ਚੌਥਾ ਮਣਕਾ ਰਾਮ ਰਾਮ। ਇਸ ਤਰ੍ਹਾਂ ਮਣਕੇ ਉਲਟਾਈ ਜਾਂਦੇ ਹਨ, ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ। ਵੱਡ ਭਾਗਾਂ ਵਾਲੇ ਹਨ, ਪਰ ਕੋਈ ਵੀ ਮਾਲਾ ਫੇਰਨ ਵਾਲਾ ਉਸ ਤਾਗੇ ਦਾ ਕਦੇ ਧਿਆਨ ਨਹੀਂ ਕਰਦਾ, ਜਿਹੜਾ ਸਾਰੇ ਮਣਕਿਆਂ ਨੂੰ ਸੰਭਾਲੀ ਬੈਠਾ ਹੈ। ਉਸ ਸੂਤ ਵੱਲ ਕਦੇ ਧਿਆਨ ਨਹੀਂ ਦਿੰਦਾ, ਜਿਹੜਾ ਮਣਕਿਆਂ ਨੂੰ ਆਪਣੇ ਵਿੱਚ ਪਰੋਈ ਬੈਠਾ ਹੈ। ਇਸ ਧਰਤੀ ਦੇ ਮਣਕੇ, ਇਸ ਮਾਲਾ ਦੇ ਮਣਕੇ ਪ੍ਰਭੂ ਦੇ ਮਣਕਿਆਂ ਵਰਗੇ ਹੀ ਹਨ। ਪ੍ਰਭੂ ਦਾ ਸੂਤ ਹੈ, ਬੇਸ਼ੁਮਾਰ ਸੂਤ। ਧੁਰਾ ਹੈ, ਆਧਾਰ ਹੈ। ਮਣਕੇ ਬੇਸ਼ੁਮਾਰ ਹਨ। ਤਾਰੇ ਹਨ, ਸੂਰਜ ਹਨ, ਚੰਦਰਮਾ ਹਨ, ਪਹਾੜ ਹਨ, ਸਮੁੰਦਰ ਹਨ, ਧਰਤੀਆਂ ਬੇਅੰਤ, ਆਕਾਸ਼ ਹਨ, ਪਤਾਲ ਹਨ। ਸਾਰੇ ਪ੍ਰਭੂ ਦੇ ਮਣਕੇ ਹੀ ਤਾਂ ਹਨ। ਸੂਤ ਦੇ ਵਿੱਚ ਉਹਨੇ ਪਰੋ ਕੇ ਰੱਖਿਆ ਹੋਇਆ ਸਾਰਿਆਂ ਨੂੰ, ਸਗਲ ਨੂੰ, ਸਾਰੇ ਗਲੈਕਸੀਆਂ, ਬ੍ਰਹਿਮੰਡ, ਜਿਹੜੇ ਅਜੇ ਇਨਸਾਨ ਨੇ ਤੱਕੇ ਵੀ ਨਹੀਂ ਹਨ। ਇਨਸਾਨ ਦੀਆਂ ਬਣਾਈਆਂ ਵੱਡੀਆਂ ਵੱਡੀਆਂ ਦੂਰਬੀਨਾਂ ਨੂੰ ਵੀ ਉਹਨਾਂ ਦਾ ਪਤਾ ਨਹੀਂ। ਸਾਰੇ ਦੇ ਸਾਰੇ ਪ੍ਰਭੂ ਦੇ ਸੂਤ ਦੇ ਵਿੱਚ ਟਿਕੇ ਹੋਏ ਹਨ, ਮਾਲਾ ਦੇ ਮਣਕਿਆਂ ਵਾਂਗੂ। ਪਿਤਾ ਕਾ ਜਨਮ ਕਿਆ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਬੇਸਮਝ ਪੁੱਤਰ, ਤੈਨੂੰ ਤੇਰੇ ਪਿਤਾ ਦੇ ਜਨਮ ਬਾਰੇ ਕਿੰਝ ਪਤਾ ਲੱਗ ਸਕਦਾ ਹੈ? ਉਹ ਜਨਮਦਾ ਹੀ ਨਹੀਂ, ਤੇ ਤੂੰ ਭਾਗਾਂ ਵਾਲਾ ਪੁੱਤਰ ਹੈ ਕਿ ਤੇਰਾ ਪਿਤਾ ਕਦੇ ਮਰਦਾ ਵੀ ਨਹੀਂ। ਉਹਨੇ ਸਾਰੀ ਸ੍ਰਿਸ਼ਟੀ, ਸਾਰੀਆਂ ਵਸਤਾਂ, ਸਾਰੀਆਂ ਚੀਜ਼ਾਂ ਆਪਣੇ ਧਾਗੇ ਦੇ ਵਿੱਚ ਪਰੋਈਆਂ ਹੋਈਆਂ ਹਨ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇ ਸੇ। ਥੋੜੇ ਬਹੁਤੇ ਉਹਦੇ ਪਿਆਰੇ ਦੁਲਾਰੇ ਉਹਦੇ ਬਾਰੇ ਸਾਰਾ ਕੁਝ ਜਾਣਦੇ ਹਨ। ਆਪ ਦੀ ਅਕਲ ਨਾਲ ਨਹੀਂ, ਉਹਦੀ ਬਖਸ਼ੀ ਹੋਈ ਤਾਲੀਮ ਦੇ ਨਾਲ। ਪਿਤਾ ਨੇ ਆਪਣੇ ਪੁੱਤਰਾਂ ਨੂੰ ਅਸੀਸ ਦਿੱਤੀ ਹੈ, ਸਮਝਾਇਆ ਹੈ, ਉਹਨਾਂ ਨੂੰ ਗਿਆਨ ਧਿਆਨ ਅਕਲ ਦਿੱਤੀ ਹੈ, ਬ੍ਰਹਮ ਵਿਚਾਰ ਬਖਸ਼ਿਆ ਹੈ, ਜਿਹਦੇ ਨਾਲ ਉਹਨਾਂ ਨੂੰ ਪ੍ਰੀਤਮ ਪਿਆਰੇ ਦੇ ਬਾਰੇ ਪਤਾ ਹੈ। ਬੇਸ਼ੱਕ ਉਹਦਾ ਕੋਈ ਰੂਪ ਰੰਗ ਰੇਖ ਨਹੀਂ, ਦੇਖਿਆ ਵੀ ਨਹੀਂ ਜਾ ਸਕਦਾ,
ਮਹਿਸੂਸ ਕੀਤਾ ਜਾ ਸਕਦਾ ਹੈ। ਉਹਦੀ ਬੇਸ਼ੁਮਾਰ ਸ੍ਰਿਸ਼ਟੀ ਨੂੰ ਤੱਕਿਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨਾਂ ਉੱਤੇ ਬਖਸ਼ੰਦ ਪਿਤਾ ਨਿਹਾਲ ਹੋਇਆ ਹੈ, ਦਿਆਲ ਹੋਇਆ ਹੈ, ਕਿਰਪਾਲ ਹੋਇਆ ਹੈ। ਉਹਨਾਂ ਨੂੰ ਪਤਾ ਹੈ ਕਿ ਨਾਮ ਜਪਣਾ ਹੀ, ਉਹਦੀ ਭਗਤੀ ਕਰਨਾ ਹੀ ਉਹਦੇ ਵਿੱਚ ਸਮਾਉਣ ਦਾ ਇੱਕ ਤਰੀਕਾ ਹੈ। ਨਹੀਂ ਤਾਂ 84 ਲੱਖ ਦਾ ਚੱਕਰ ਹਮੇਸ਼ਾ ਹੀ ਪਿਆ ਰਹਿੰਦਾ ਹੈ, ਮੁੱਕਦਾ ਵੀ ਨਹੀਂ। ਤਿਉ ਗੁਣ ਮੈਂ ਜਾਂ ਕੋ ਭਰਮਾਏ, ਜਨਮ ਮਰੇ ਫਿਰ ਆਵੇ ਜਾਏ। ਦੁਨੀਆ ਦੇ ਵਿੱਚ 3 ਚੱਕਰਾਂ ਦੇ ਵਿੱਚ ਲੋਕ ਪਏ ਰਹਿੰਦੇ ਹਨ। ਖਹਿੜਾ ਨਹੀਂ ਛੱਡਦੇ ਇਹ ਤਿੰਨੇ, ਮੈਂ ਮੇਰਾ, ਵਿਚਾਲੇ ਪ੍ਰਾਣੀ ਜਿਹਦਾ ਸੰਬੰਧ ਮੈਂ ਤੇ ਮੇਰੇ ਨਾਲ ਹੈ। ਹਮੇਸ਼ਾ ਹੀ ਆਪਣੇ ਵਿੱਚ ਦੂਜਿਆਂ ਨੂੰ ਲੱਭਣ ਦੇ ਲਈ ਉਪਰਾਲੇ ਕਰਦਾ ਰਹਿੰਦਾ ਹੈ। ਇਹ 3 ਗੁਣ ਬਹੁਤ ਜ਼ਰੂਰੀ ਹਨ। ਤਿੰਨੇ ਹੀ ਧਰਤੀ ਉੱਤੇ ਰਚਨਾ ਰਚਾਉਂਦੇ ਹਨ, ਪਾਲਦੇ ਹਨ ਤੇ ਖਪਾਉਂਦੇ ਹਨ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਪਾਉਂਦਾ ਹੈ, ਇੱਕ ਪੋਸ਼ਣ ਕਰਦਾ ਹੈ, ਇੱਕ ਖਪਾਉਂਦਾ ਹੈ। ਇਹ ਅਧਿਆਤਮਿਕਤਾ ਹੈ, ਸਪਿਰਚੁਅਲਿਜ਼ਮ ਹੈ। ਦੂਸਰੇ ਪਾਸੇ ਵਿਗਿਆਨ ਇਹਨਾਂ ਤਿੰਨਾਂ ਦੀ ਗੱਲ ਫਿਰ ਕਰਦਾ ਹੈ ਕਿ ਇੱਕ ਜ਼ਰਾ, ਇੱਕ ਐਟਮ 3 ਹਿੱਸਿਆਂ ਦੇ ਵਿੱਚ ਟੁੱਟਦਾ ਹੈ। ਇਲੈਕਟ੍ਰੋਨ, ਪੋਜ਼ਿਟ੍ਰੋਨ, ਨਿਊਟਰੋਨ। ਇਹਨਾਂ ਤਿੰਨਾਂ ਕਿਰਿਆਵਾਂ ਉੱਤੇ ਸੰਸਾਰ ਚੱਲ ਰਿਹਾ ਹੈ। ਮੈਂ, ਮੇਰਾ ਤੇ ਆਪਸੀ ਸੰਬੰਧ। ਭਗਤਾਂ ਦਾ ਮੈਂ ਤੇ ਮੇਰਾ ਮੁੱਕ ਜਾਂਦਾ ਹੈ, ਸੰਬੰਧ ਆਪਣੇ ਆਪ ਖਤਮ ਹੋ ਜਾਂਦਾ ਹੈ। ਭਗਤ ਪਰਮੇਸ਼ਰ ਬਣ ਜਾਂਦਾ ਹੈ, ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ ਹੈ। ਪਹਿਲਾਂ ਆਪਣੇ ਆਪ ਨੂੰ ਤੱਕਦਾ ਹੈ, ਪਰਮੇਸ਼ਰ ਦੇ ਨਾਲ ਜੋੜਦਾ ਹੈ, ਫਿਰ ਅਚਾਨਕ ਸੰਬੰਧ ਖਤਮ ਹੋ ਜਾਂਦਾ ਹੈ, ਮੈਂ ਮੁੱਕ ਜਾਂਦੀ ਹੈ ਤੇ 1 2 3 ਭਗਤ, ਪਰਮੇਸ਼ਰ ਤੇ ਦੋਨਾਂ ਦਾ ਸੰਬੰਧ। ਜਦੋਂ ਸੰਬੰਧ ਮੁੱਕ ਗਿਆ, ਮੈਂ ਅਲੋਪ ਹੋ ਗਈ, ਭਗਤ ਪਰਮੇਸ਼ਰ ਬਣ ਗਿਆ। ਹਰ ਜਨ ਦੋਈ ਏਕ ਹੈ, ਬਿੰਬ ਵਿਚਾਰ ਕੁਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਏ। ਦੋਨਾਂ ਤੋਂ, ਤਿੰਨਾਂ ਤੋਂ 2, 2 ਤੋਂ 1। ਤਿਉ ਗੁਣ ਮੈਂ ਜਾਂ ਕੋ ਭਰਮਾਏ। ਇਹਨਾਂ ਤਿੰਨਾਂ ਦੇ ਵਿੱਚ ਦੁਨੀਆ ਘੁੰਮਦੀ ਫਿਰਦੀ ਹੈ। ਜਨਮ ਮਰੇ ਫਿਰ ਆਵੇ ਜਾਏ। ਜਨਮਦਾ ਹੈ, ਆਉਂਦਾ ਹੈ, ਰਹਿੰਦਾ ਹੈ, ਜਾਂਦਾ ਹੈ। ਆਉਣਾ 1, ਇੱਥੇ ਰਹਿਣਾ 2 ਤੇ ਜਾਣਾ 3। ਜਨਮਦਾ, ਮਰਦਾ, ਰਹਿੰਦਾ, ਥੋੜ੍ਹੀ ਦੇਰ ਦਾ ਠਿਕਾਣਾ। ਤਿੰਨੇ ਚੱਕਰਾਂ 'ਚ ਤੁਰਿਆ ਰਹਿੰਦਾ ਹੈ ਹਮੇਸ਼ਾ ਹੀ। ਬਿਰਲੇ ਬਿਰਲਿਆਂ ਉੱਤੇ ਉਹ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ। ਉਹਦੀਆਂ ਉਚਾਈਆਂ, ਉਹਦੀਆਂ ਡੂੰਘਾਈਆਂ ਦਾ ਅੰਤ ਨਹੀਂ ਹੈ।
ਭਗਤਾਂ ਨੂੰ ਸਮਝਾ ਦਿੰਦਾ ਹੈ। ਆਪਣੀਆਂ ਉਚਾਈਆਂ, ਪਹਾੜਾਂ ਤੋਂ ਉੱਚੀਆਂ ਟੀਸੀਆਂ, ਮਾਊਂਟ ਐਵਰੈਸਟ ਵਰਗੀ ਉਚਾਈ ਇਸ ਧਰਤੀ ਉੱਤੇ, ਦੂਰ ਦੂਰ ਗਲੈਕਸੀਆਂ ਜਿਨ੍ਹਾਂ ਦੀਆਂ ਡੂੰਘਾਈਆਂ ਇਨਸਾਨ ਦੀ ਬਣਾਈਆਂ ਦੂਰਬੀਨਾਂ ਤੋਂ ਮਾਪੀਆਂ ਨਹੀਂ ਜਾਂਦੀਆਂ, ਬਹੁਤ ਸਾਰੇ ਪਲੈਨਟ ਜਿਹੜੇ ਅਜੇ ਮਨੁੱਖਤਾ ਨੇ ਦੇਖੇ ਵੀ ਨਹੀਂ, ਇਨਸਾਨ ਦੀਆਂ ਬਣਾਈਆਂ ਦੂਰਬੀਨਾਂ ਨੇ ਤੱਕੇ ਵੀ ਨਹੀਂ। ਇੰਨਾ ਵਿਸ਼ਾਲ ਹੈ ਪ੍ਰੀਤਮ ਪਿਆਰਾ, ਊਚ ਨੀਚ ਤਿਸ ਕੈ ਅਸਥਾਨ, ਉੱਚੇ ਨੀਵੇਂ ਥਾਂ ਉਹਦੇ ਆਪ ਦੇ ਬਣਾਏ ਹੋਏ ਹਨ, ਉਹਦੇ ਹੀ ਹਨ। ਉਹਨੂੰ ਆਪ ਨੂੰ ਹੀ ਪਤਾ ਹੈ, ਉਹਨੂੰ ਆਪ ਨੂੰ ਹੀ ਉਹਨਾਂ ਦੀ ਸਮਝ ਹੈ। ਉਹ ਜਾਣਦਾ ਹੈ ਉਹਨਾਂ ਉੱਚੇ ਨੀਵੇਂ ਥਾਵਾਂ ਨੂੰ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜੈਸਾ ਜਨਾਵੇ ਤੈਸਾ ਨਾਨਕ ਜਾਨ। ਜਿਸ ਤਰ੍ਹਾਂ ਵਾਹਿਗੁਰੂ ਸਮਝਾਉਂਦਾ ਹੈ ਉਸ ਤਰ੍ਹਾਂ ਨਾਨਕ ਜਾਣਦਾ ਹੈ। ਜਿੰਨਾ ਵਾਹਿਗੁਰੂ ਕਿਰਪਾ ਕਰਦਾ ਹੈ ਉਹਨਾਂ ਨਾਨਕ ਸਮਝਦਾ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਜਾਂ ਕੀ ਲੀਲਾ ਕੀ ਮਿੱਥ ਨਾਹੇ, there is no limit for his play, ਸਗਲ ਦੇਵ ਹਾਰੇ ਅਵਗਾਹੇ। All the demigods are tired of their search. God have no limit. His creation has no limit. Demigods are looking to find his end, try to find his secrets. So the human being is always trying to find the end of God, never able to, because demigods are too small, human is too little. How they can find the end of God? But they are trying. पिता का जन्म क्या जाने पूत. What does the son know of his father's birth? Especially when the father never dies. God never have an end. God never took the birth. Which son can write the story, biography of God? Biography definitely need the time to start. Birth of the hero, and then hero does the miracles during the life, and then hero dies. But how son can find out the date of birth for God? There is none. God is present, always present. No time affect God. So what kind of biography son can even think about it? He don't know his date of birth. He don't know when God born. What does the son know about his father's birth? Even in regular life, son don't know when father born. Sagal puroi apne soot. All the things God has strung on his string.
God has the control of all the creation. In one long rope, everything is tied to it. ਸੋ ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ. His slaves, his servants, whom Lord grant good sense, divine knowledge, and meditation, they remember his name. They know him very well. Who they tell, the taste is gone, telling to the people. That is only how we are on the planet under Maya's rule. Hear and tell, praise and neglect, criticize and appreciate. That is the habits of the human, but only under Maya. When God comes close, these tastes are gone. But God is so graceful. Tell his lovers, his beloveds, the wisdom, meditation, so they know all about him. त्यों गुण में जां को परमाए, जन्म मरे फिर आवे जाए. Birth, stay, die. Creation, raising, and dying. These three, I, mine, and relation. All three are gone when God grace. No more cycles. It is a punishment. It is a punishment to come, stay, and go back. But the one don't have the punishment. Forever they became his. They stay there. Cycle is gone. No more. They are always in his feet. Always stay there. No life, no death. Ooch neech tis kay astan. Higher points, lower points. High thinking, low thinking. Ups and downs. Too many places God have. High and low places, they all belong to him. ऊंच नीच तिसके स्थान, जैसा जनावे तैसा नानक जान. God have high points, low points. As God causes Nanak to know him, so does he understand him. Whatever God grace, he understands those. With his grace he knows what is high, what is low. But Nanak definitely understood that his grace lives in the lowest point, in the poor, in the downtrodden, not in the high, not in the pride, not in boasting. Neecha to be neech, lowest of the lowest. Guru Pyareo, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸ਼ਲਾਘਾ ਕੀਤੀ ਹੈ ਕਿ ਉਹਨੂੰ ਮਿਲਿਆ ਨਹੀਂ ਜਾ ਸਕਦਾ, ਉਹਦਾ ਕੋਈ ਹੱਦ ਬੰਨਾ ਨਹੀਂ ਹੈ, ਉਹਦਾ ਵਿਸਤਾਰ ਇੰਨਾ ਵੱਡਾ ਹੈ ਕਿ ਇਨਸਾਨ ਦਾ ਦਿਮਾਗ ਬੜਾ ਛੋਟਾ ਹੈ। ਇਨਸਾਨ ਦੇ ਦਿਮਾਗ ਦੇ ਵਿੱਚ ਪ੍ਰਭੂ ਨੇ
ਉਹ ਸਿਆਣਪ ਪਾਈ ਹੀ ਨਹੀਂ ਜਿਹੜੀ ਉਹਦੇ ਵਿਸਤਾਰ ਨੂੰ ਸਮਝ ਸਕੇ। ਜਿਹੜੇ ਇਨਸਾਨ ਤੋਂ ਆਪਣੇ ਆਪ ਨੂੰ ਵੱਡਾ ਮੰਨਦੇ ਹਨ, ਜਿਨ੍ਹਾਂ ਨੂੰ ਅਸੀਂ ਦੇਵ ਲੋਕ ਕਹਿੰਦੇ ਹਾਂ, ਉਹ ਵੀ ਥੱਕ ਟੁੱਟ ਗਏ, ਹਾਰ ਗਏ। ਪਰ ਪ੍ਰਭੂ ਦੇ ਐਂਡ ਦਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ। ਜਿਹੜਾ ਜਨਮਦਾ ਹੀ ਨਹੀਂ, ਜਿਹੜਾ ਦਿਸਦਾ ਹੀ ਨਹੀਂ, ਜਿਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਇਹ ਦੇਵ ਜਨ ਉਹਨੂੰ ਲੱਭਦੇ ਲੱਭਦੇ ਆਪ ਮੁੱਕ ਗਏ, ਆਪ ਹਾਰ ਗਏ। ਪਰ ਇਹਨਾਂ ਨੂੰ ਪਰਮਾਤਮਾ ਦਾ ਐਂਡ ਨਹੀਂ ਲੱਭਿਆ, ਉਹਦਾ ਜਨਮ ਵੀ ਨਹੀਂ ਲੱਭਿਆ, ਕਿਉਂਕਿ ਉਹਦਾ ਜਨਮ ਕਦੇ ਹੋਇਆ ਹੀ ਨਹੀਂ। ਉਹ ਆਲਵੇਜ਼ ਪ੍ਰੈਜੈਂਟ ਹੈ, ਹਮੇਸ਼ਾ ਹੀ ਰਹਿਣ ਵਾਲਾ ਹੈ। ਉਹਦੇ ਉੱਤੇ ਸਮਾਂ ਕਦੇ ਅਸਰ ਹੀ ਨਹੀਂ ਕਰਦਾ। ਸਮਾਂ ਇਨਸਾਨ ਦੇ ਉੱਤੇ ਅਸਰ ਕਰਦਾ ਹੈ। ਸਮਾਂ ਨਾਸ਼ਵਾਨ ਹੈ, ਇਨਸਾਨ ਨਾਸ਼ਵਾਨ ਹੈ। ਦਰਿਆਵੀ ਪੁੱਤਰ ਪਿਤਾ ਦੇ ਜਨਮ ਨੂੰ ਨਹੀਂ ਜਾਣ ਸਕਦਾ। Impossible to find the date of birth of God. ਰੱਬ ਦੀ ਜਨਮ ਤਰੀਕ ਕਿੱਥੋਂ ਲੱਭੇਗਾ? ਬੇਹੱਦ ਉਹਦੀ ਸਮਾਵਾਂ, ਬੇਅੰਤ। ਕਿਸੇ ਵੀ ਭਾਸ਼ਾ ਦੇ ਵਿੱਚ ਵੋਕੈਬਲਰੀ ਨਹੀਂ ਜਿਹੜੀ ਪ੍ਰਭੂ ਦੀ ਕਹਾਣੀ ਲਿਖੀ ਜਾ ਸਕੇ। ਉਹਨੇ ਆਪਣੇ ਸੂਤ ਦੇ ਵਿੱਚ ਮਾਲਾ ਦੀ ਤਰ੍ਹਾਂ ਸੰਸਾਰ ਨੂੰ ਸੰਭਾਲਿਆ ਹੋਇਆ ਹੈ। ਵੱਡੇ ਵੱਡੇ ਪਹਾੜ, ਵੱਡੇ ਵੱਡੇ ਸਾਗਰ ਉਸ ਮਾਲਾ ਦੇ ਵਿੱਚ ਪਰੋਏ ਹੋਏ ਹਨ। ਕਿਸੇ ਨੂੰ ਵੀ ਗਿਆਨ ਨਹੀਂ ਹੈ ਉਹਦੇ ਵੱਡੇਪਣ ਦਾ। ਛੋਟਾ ਵੱਡੇ ਨੂੰ ਕਿਵੇਂ ਜਾਣ ਸਕਦਾ ਹੈ? ਉਹਨੂੰ ਵੱਡਾ ਬਣਨਾ ਪਵੇਗਾ। ਆਪਣੇ ਆਪ ਕੋਈ ਵੱਡਾ ਨਹੀਂ ਬਣ ਸਕਦਾ। ਸਿਰਫ ਤੇ ਸਿਰਫ ਸ਼ੇਖੀ ਮਾਰ ਸਕਦਾ ਵੱਡੇ ਹੋਣ ਦੀ। ਹਾਂ, ਪ੍ਰਭੂ ਦੀ ਮਿਹਰ ਦੇ ਨਾਲ ਗੂੰਗਾ ਕਥਾ ਕਰ ਸਕਦਾ ਹੈ, ਗਿਆਨ ਵੰਡ ਸਕਦਾ ਹੈ, ਪਿੰਗਲਾ ਪਰਬਤ ਉੱਤੇ ਚੜ੍ਹ ਸਕਦਾ ਹੈ ਉਹਦੀ ਕਿਰਪਾ ਦੇ ਨਾਲ। ਜਿਹਨੂੰ ਉਹ ਚਾਹੇ ਆਪਣੇ ਭੇਦ ਸਮਝਾ ਸਕਦਾ ਹੈ। ਸੁਮਤ, ਸੋਹਣਾ ਗਿਆਨ, ਸੁਮਤ ਗਿਆਨ ਧਿਆਨ ਜਿਨ ਦੇ। ਜਿਹਨੂੰ ਕਿਸੇ ਨੂੰ ਉਹ ਪਸੰਦ ਕਰ ਲੈਂਦਾ ਹੈ, ਪ੍ਰੀਤਮ ਪਿਆਰਾ ਡੁੱਲ ਜਾਂਦਾ ਹੈ, ਆਪਣੇ ਪਿਆਰਿਆਂ ਉੱਤੇ ਮਤਵਾਲਾ ਹੋ ਜਾਂਦਾ ਹੈ, ਉਹਨਾਂ ਨੂੰ ਉਹ ਗਿਆਨ ਦੀ ਬਖਸ਼ਿਸ਼ ਕਰ ਦਿੰਦਾ ਹੈ। ਜਿਹੜੇ ਦਾਸ ਉਹਦੇ ਜਨ ਉਹਨੂੰ ਧਿਆਉਂਦੇ ਹਨ, ਉਹੀ ਇਹ ਵਿੱਦਿਆ ਨੂੰ ਪਾਉਂਦੇ ਹਨ। ਉਹਦੀ ਆਸ਼ੀਰਵਾਦ ਦੀ ਵਿੱਦਿਆ ਨੂੰ ਪ੍ਰਾਪਤ ਕਰ ਲੈਂਦੇ ਹਨ। ਨਹੀਂ ਤਾਂ ਇਸ ਦੁਨੀਆ ਦੇ ਵਿੱਚ 3 ਗੁਣਾਂ ਦੇ ਵਿੱਚ ਦੁਨੀਆ ਆਉਂਦੀ ਹੈ, ਧਰਤੀ ਉੱਤੇ ਨੱਚਦੀ ਹੈ, ਟੱਪਦੀ ਹੈ, ਫਿਰ ਚਲੇ ਜਾਂਦੀ ਹੈ। ਇਹ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। 3 ਗੁਣਾਂ ਦੇ ਵਿੱਚ ਏਕਾ ਮਾਈ ਜੁਗਤ ਵਿਆਹੀ। ਕੋਈ ਅਪਾਉਂਦਾ ਹੈ, ਕੋਈ ਚਲਾਉਂਦਾ ਹੈ, ਕੋਈ ਖਪਾਉਂਦਾ ਹੈ। ਜਿਹੜੇ ਨਾਮ ਨਹੀਂ ਜਪਦੇ
ਉਹਨਾਂ ਵੱਲ ਉਹ ਪਿੱਠ ਕਰਦਾ ਹੈ, ਉਹਨਾਂ ਵੱਲ ਤੱਕਦਾ ਨਹੀਂ ਹੈ। ਉਹਨਾਂ ਨੂੰ ਉਹਦੀ ਨਾਰਾਜ਼ਗੀ ਝੱਲਣੀ ਪੈਂਦੀ ਹੈ, ਜਨਮ ਮਰਨ ਆਉਣ ਜਾਣ ਦੀ ਸਜ਼ਾ ਨਾਲ। ਜਿਹੜੇ ਉਹਨੂੰ ਪਿਆਰ ਕਰਦੇ ਹਨ ਉਹ ਉਹਦੀਆਂ ਉੱਚੀਆਂ ਨੀਵੀਆਂ ਥਾਵਾਂ ਤੋਂ ਵਾਕਫ ਹਨ। ਬੇਸ਼ੁਮਾਰ ਉਹਦੀਆਂ ਉੱਚੀਆਂ ਨੀਵੀਆਂ ਥਾਵਾਂ, ਹਿਮਾਲਿਆ ਪਰਬਤ ਜਿੰਨੀਆਂ ਉਚਾਈਆਂ, ਗਲੈਕਸੀਜ਼, ਆਕਾਸ਼ਾਂ ਦੇ ਵਿੱਚ ਦੂਰ ਤੱਕ ਪਲੈਨਟਸ, ਉਹਦੀਆਂ ਉਚਾਈਆਂ, ਸਮੁੰਦਰ ਦੇ ਵਿੱਚ ਡੂੰਘੀਆਂ ਗਹਿਰਾਈਆਂ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਦਾਤਾ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਹਾਂ, ਭਗਤ ਜਨ ਜਿਹੜੇ ਉਹਨੂੰ ਪਿਆਰਦੇ ਹਨ, ਸਤਿਕਾਰਦੇ ਹਨ, ਉਹਨਾਂ ਨੂੰ ਉਹ ਇਹ ਸਮਝਾਉਂਦਾ ਹੈ, ਜਿਵੇਂ ਮਾਂ ਬੱਚੇ ਨੂੰ ਗਿਆਨ ਬਖਸ਼ਦੀ ਹੈ, ਉਸੇ ਤਰ੍ਹਾਂ ਪ੍ਰਭੂ ਉਹਨਾਂ ਨੂੰ ਸਮਝਾਉਂਦਾ ਹੈ। ਜੈਸਾ ਜਨਾਵੇ ਤੈਸਾ ਨਾਨਕ ਜਾਨ। ਜਿੰਨਾ ਪਿਤਾ ਪੁੱਤਰ ਨੂੰ ਸਮਝਾਉਂਦਾ ਹੈ, ਉਹਨਾਂ ਪੁੱਤਰ ਗਿਆਨਵਾਨ ਹੁੰਦਾ ਹੈ। ਉਹਦੀਆਂ ਉੱਚੀਆਂ ਥਾਵਾਂ ਬਾਰੇ ਵੀ, ਉਹਦੀਆਂ ਨੀਵੀਆਂ ਥਾਵਾਂ ਬਾਰੇ ਵੀ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦਾ ਵਿਰਾਟ ਰੂਪ, ਪ੍ਰਭੂ ਦਾ ਵੱਡਾ ਰੂਪ ਸਾਨੂੰ ਸਮਝਾਇਆ ਹੈ, ਅਤੇ ਨਾਲ ਹੀ ਉਹਦੇ ਬੇਅੰਤ ਹੋਣ ਦਾ, ਉਹਦੀ ਸਮਾਵਾਂ ਨਾ ਮੁੱਕਣ ਦਾ, ਉਹਦੀ ਵਡਿਆਈ ਦਾ ਜ਼ਿਕਰ ਸਾਡੇ ਕੋਲ ਸਾਨੂੰ ਸਮਝਾਉਣ ਲਈ ਕੀਤਾ ਹੈ ਕਿ ਇਨਸਾਨ ਤੂੰ ਟੱਕਰਾਂ ਨਾ ਮਾਰ, ਤੂੰ ਆਪਣਾ ਸਮਾਂ ਨਾ ਗਵਾ। ਜਿਹੜਾ ਸਮਾਂ ਤੂੰ ਉਹਦੇ ਭੇਦ ਲੱਭਣ ਉੱਤੇ ਲਗਾ ਰਿਹਾ ਹੈ, ਉਹ ਉਹਦਾ ਨਾਮ ਸਿਮਰਨ ਉੱਤੇ ਲਗਾ ਕੇ ਆਪਣੇ ਜੀਵਨ ਦੇ ਵਿੱਚ ਮੋਕਸ਼ ਪ੍ਰਾਪਤ ਕਰ। ਆਪਣੇ ਜੀਵਨ ਨੂੰ ਵੱਡਾ ਬਣਾ, ਸਦੀਵੀ ਹਮੇਸ਼ਾ ਦੇ ਲਈ। ਤੂੰ ਉਹਦਾ ਸੀਕ੍ਰੇਟ ਨਹੀਂ ਜਾਣ ਸਕਦਾ। ਉਹ ਮਹਾਨ ਹੈ, ਉਹਦੀ ਕਿਰਪਾ ਦੇ ਥੱਲੇ ਤੂੰ ਜੀ ਰਿਹਾ ਹੈ। ਤੇਰਾ ਜੀਣਾ ਉਹਦੀ ਰਹਿਮਤ ਹੈ, ਤੇਰੇ ਉੱਤੇ ਉਹਦੀ ਰਹਿਮਤ ਹੈ, ਬਖਸ਼ਿਸ਼ ਹੈ। ਤੂੰ ਬਾਗੀ ਹੋ ਕੇ ਉਹਦੇ ਭੇਦ ਨਾ ਲੱਭ। ਕਦੇ ਵੀ ਨਹੀਂ ਹੋ ਸਕਦਾ ਕਿ ਪੁੱਤਰ ਪਿਤਾ ਦੀ ਬਾਇਓਗ੍ਰਾਫੀ ਲਿਖੇ। ਉਹਨੂੰ ਕੀ ਪਤਾ ਹੈ ਉਸ ਪਿਤਾ ਦਾ ਜਨਮ ਕਦੋਂ ਹੋਇਆ, ਕਿਹੜੀਆਂ ਘਟਨਾਵਾਂ ਉਹਨੇ ਆਪਣੇ ਜੀਵਨ ਵਿੱਚ ਕੀਤੀਆਂ। ਟੱਕਰਾਂ ਮਾਰ ਮਾਰ ਕੇ ਥੱਕ ਜਾਵੇਗਾ, ਜਿਵੇਂ ਬੇਸ਼ੁਮਾਰ ਦੇਵਤੇ ਲੱਭਦੇ ਲੱਭਦੇ ਟੱਕਰਾਂ ਮਾਰ ਕੇ ਥੱਕ ਗਏ, ਮੁੱਕ ਗਏ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਦੇ ਵਿੱਚ ਭਗਤ ਨੂੰ ਜਿਹੜਾ ਦਰਜਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਹੈ, ਉਹ ਮਹਾਨ ਹੈ। ਸੱਚੇ ਪਾਤਸ਼ਾਹ ਬਾਰ-ਬਾਰ, ਦੁਬਾਰਾ ਭਗਤ ਦਾ ਸਟੇਟਸ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ ਨੂੰ ਤਾਂ ਉਹ ਪਿਆਰਾ ਹੈ ਹੀ, ਪ੍ਰਭੂ ਦਾ ਦੁਲਾਰਾ ਪੁੱਤਰ ਹੈ। ਸਾਧ ਸੰਤ ਭਗਤ ਜਨ ਸਲੇਵ ਦਾਸ, ਜੇ ਮੈਨੂੰ ਮਿਲ ਜਾਵੇ, ਮੈਨੂੰ ਲੱਭ ਜਾਵੇ, ਤਾਂ ਮੈਂ ਜੋਦੜੀ ਕਰਾਂ, ਉਹਦੇ ਅੱਗੇ ਫਰਿਆਦ ਕਰਾਂ ਕਿ ਮੇਰੇ ਉੱਤੇ ਵੀ ਮਿਹਰ ਕਰ। ਮੈਨੂੰ ਆਪਣੇ ਚਰਨਾਂ ਦੀ ਧੂੜੀ ਬਖਸ਼ ਦੇ।
ਮੈਨੂੰ ਅਪਣਾ ਲੈ, ਮੇਰੇ ਉੱਤੇ ਮਿਹਰ ਕਰ। ਤੈਂ ਉਹਨੂੰ ਲੱਭਿਆ ਹੈ, ਤੈਂ ਦਾਤੇ ਨੂੰ ਪਾਇਆ ਹੈ, ਤੂੰ ਭਾਗਾਂ ਵਾਲਾ ਹੈ। ਮੇਰੇ ਭਾਗਾਂ ਨੂੰ ਵੀ ਰੌਸ਼ਨ ਕਰ ਦੇ, ਮੇਰੇ ਉੱਤੇ ਵੀ ਕਿਰਪਾ ਕਰ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਭਗਤ ਨੂੰ ਸ਼ਾਖ ਸ਼ਾਖ ਪ੍ਰਭੂ ਦਾ ਰੂਪ ਗਰਦਾਨਿਆ ਹੈ, ਪਰਮੇਸ਼ਰ ਦਾ ਰੂਪ, ਕਿ ਪਰਮਾਤਮਾ ਵਸਦਾ ਹੀ ਭਗਤਾਂ ਦੇ ਹਿਰਦੇ ਦੇ ਵਿੱਚ ਹੈ। ਭਗਤਾਂ ਨੂੰ ਪਤਾ ਹੈ ਕਿ ਪਰਮੇਸ਼ਰ ਕਿੱਥੇ ਰਹਿੰਦਾ ਹੈ। ਬੇਸ਼ੱਕ ਉਹ ਹਰ ਕਿਸੇ ਦੇ ਹਿਰਦੇ ਦੇ ਵਿੱਚ ਵਸਦਾ ਹੈ, ਹਰ ਕਿਸੇ ਦੇ ਹਿਰਦੇ ਵਿੱਚ ਬਿਰਾਜਮਾਨ ਹੈ, ਪਰ ਮਨਮੁਖ ਤੱਕਦੇ ਹੀ ਨਹੀਂ, ਉਹਦੇ ਵੱਲ ਵੇਖਦੇ ਹੀ ਨਹੀਂ। ਉਹਦਾ ਸੰਗ ਕਿੱਥੋਂ ਪ੍ਰਾਪਤ ਕਰ ਲੈਣਗੇ ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ। ਜਿੰਨੀ ਦੇਰ ਇਨਸਾਨ ਦੇ ਵਿੱਚ ਆਕੜ ਹੈ, ਮੈਂ ਹੈ, ਮੇਰਾ ਹੈ, ਓਨੀ ਦੇਰ ਪ੍ਰਭੂ ਦੀ ਪਿੱਠੀ ਹੀ ਰਹਿੰਦੀ ਹੈ। ਪ੍ਰਭੂ ਹੰਕਾਰ ਪਸੰਦ ਨਹੀਂ ਕਰਦਾ। ਪ੍ਰਭੂ ਹੰਕਾਰ ਨਹੀਂ ਕਰਦਾ, ਆਪ ਵੀ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਪਿਆਰ ਹੀ ਕਰਦਾ ਹੈ, ਸਤਿਕਾਰ ਹੀ ਕਰਦਾ ਹੈ ਆਪਣੇ ਭਗਤਾਂ ਦਾ, ਸਜ਼ਾ ਨਹੀਂ ਦਿੰਦਾ। ਦੁਨੀਆ ਦੇ ਕਚਹਿਰੀ, ਦੁਨੀਆ ਦੇ ਕੋਰਟ ਸਾਰੇ ਦੇ ਸਾਰੇ ਸਜ਼ਾਵਾਂ ਦਿੰਦੇ ਹਨ। ਪ੍ਰਭੂ ਦੀ ਅਦਾਲਤ, ਪ੍ਰਭੂ ਦੀ ਦਰਗਾਹ, ਪ੍ਰਭੂ ਦੀ ਕੋਰਟ ਕਿਸੇ ਨੂੰ ਸਜ਼ਾ ਨਹੀਂ ਦਿੰਦੀ। ਆਲਵੇਜ਼ ਫॉरगिवनेस, ਆਲਵੇਜ਼ ਪਾਰਡਨ। ਸਬੂਤਾਂ ਦੇ ਆਧਾਰ ਉੱਤੇ ਫੈਸਲੇ ਨਹੀਂ ਹੁੰਦੇ। ਫੈਸਲੇ ਹੁੰਦੇ ਹਨ ਇਨਸਾਨ ਦਾ ਸਮਰਪਣ, ਇਨਸਾਨ ਦੀ ਨੀਵੀਂ ਪਾਉਣਾ, ਗਲਤੀ ਮੰਨਣਾ, ਤੇ ਦੂਸਰੇ ਪਾਸੇ ਪ੍ਰਭੂ ਦੀ ਬਖਸ਼ੰਦ। ਨੋ ਪਾਨਿਸ਼ਮੈਂਟ, ਨੈਵਰ ਲੇਟ। ਪ੍ਰਭੂ ਦੇ ਦਰਬਾਰ ਦੇ ਵਿੱਚ ਕ੍ਰਿਮੀਨਲ ਕਦੇ ਵੀ ਲੇਟ ਨਹੀਂ ਹੈ। ਦੁਨਿਆਵੀ ਕੋਰਟਾਂ ਦੇ ਵਿੱਚ ਸਟੈਪੂਲੇਸ਼ਨ ਆਫ ਟਾਈਮ ਦਾ ਲਿਮਟ ਨਿਕਲ ਜਾਵੇ ਤਾਂ ਅਪੀਲ ਦਲੀਲ ਨਹੀਂ ਹੁੰਦੀ। ਪਰ ਦਾਤੇ ਦੀ ਕਚਹਿਰੀ ਦੇ ਵਿੱਚ ਜਿੰਨਾ ਮਰਜ਼ੀ ਕੋਈ ਲੇਟ ਹੋ ਜਾਵੇ, ਉਹਦੀ ਸੁਣਵਾਈ ਹੁੰਦੀ ਹੈ। ਚਾਹੇ ਕੋਈ ਹੋਵੇ, ਕੌਡਾ ਰਾਖਸ਼ ਹੋਵੇ, ਸੱਜਣ ਠੱਗ ਹੋਵੇ, ਹੰਕਾਰੀ ਹੋਵੇ, ਉਹਨੂੰ ਗਰੀਬੀ ਬਖਸ਼ ਦਿੱਤੀ ਜਾਂਦੀ ਹੈ। ਮਨ ਦੀ ਗਰੀਬੀ, ਪਿਆਰ ਬਖਸ਼ ਦਿੱਤਾ ਜਾਂਦਾ ਹੈ। ਉਹਨੂੰ ਹਮੇਸ਼ਾ ਦੇ ਲਈ ਸਰਟੀਫਿਕੇਟ ਆਫ ਐਕਸੈਪਟੈਂਸ, ਉਹਨੂੰ ਆਪਣਾ ਬਣਾਇਆ ਜਾਂਦਾ ਹੈ। ਦਾਤੇ ਵੱਲੋਂ ਗਲ ਦੇ ਨਾਲ ਲਾਇਆ ਜਾਂਦਾ ਹੈ। ਫਾਰ ਐਵਰ ਸਤਿਕਾਰ ਦੇ ਨਾਲ ਦਰਗਾਹ ਦੇ ਵਿੱਚ ਬਿਠਾਇਆ ਜਾਂਦਾ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਇੱਕੋ ਉਹਦਾ ਨਾਮ 24 ਘੰਟੇ ਪਲ ਪਲ ਛਿਨ ਛਿਨ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।